बेटे तू कानून इन्हां नाल पंगा ले लिया, मैं आपे कर लैंदी। ਲੈ ਫਿਰ ਕੀ ਹੋਇਆ ਬੇਬੇ, ਸਾਰੇ ਕੰਮ ਹੁਣ ਤੁਹਾਡੇ ਥੋੜੀ ਨਾ ਕਰਾਉਣੇ ਨੇ। ਨਾਲੇ ਫਿਰ ਮੇਰਾ ਇੱਥੇ ਵਿਆਹ ਕੇ ਆਈ ਦਾ ਤੁਹਾਨੂੰ ਕੀ ਸੁੱਖ ਹੋਇਆ? कोई ना पुत्त, सारी उम्र काम ही करना था। ਲੈ ਬੇਬੇ ਤੂੰ ਸਾਰੀ ਉਮਰ ਕੰਮ ਹੀ ਤਾਂ ਕਰਦੀ ਆਈ ਹੈ, ਫਿਰ ਤੈਨੂੰ ਸੁੱਖ ਕਦੋਂ ਮਿਲੂਗਾ? ਹੁਣ ਨਾ ਤੂੰ ਆਰਾਮ ਕਰਿਆ ਕਰ, ਘਰ ਦੇ ਕੰਮ ਮੈਂ ਆਪੇ ਕਰ ਲਿਆ ਕਰੂੰਗੀ। ले पुत्त मैनू फड़ा, मैं आपे छल दूंगी। ओ बेबे तू ਇਹਦੀ ਛੋਟੀ ਭੈਣ ਬਣ ਕੇ ਨਾ ਕੰਮਾਂ 'ਚ ਲੱਗੀ ਰਿਹਾ ਕਰ, ਥੋੜੇ ਬਹੁਤੇ ਕੰਮ ਇਹ ਤੋਂ ਵੀ ਕਰਾ ਲਿਆ ਕਰ। ਇਹ ਤਾਂ ਬੈਠੀ ਫੋਨ ਚਲਾ ਰਹੀ ਹੈ ਆਰਾਮ ਨਾਲ। ਤੁਸੀਂ ਮੈਨੂੰ ਵਿਹਲੀ ਬੈਠੀ ਨੂੰ ਜਰਦੇ ਹੀ ਨਹੀਂ। ਜਦੋਂ ਬੇਬੇ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਤੁਹਾਨੂੰ ਕੀ ਪ੍ਰੋਬਲਮ ਹੋ ਰਹੀ ਹੈ? ਮੈਨੂੰ ਪ੍ਰੋਬਲਮ ਤਾਂ ਹੈ ਹੁਣ ਤੂੰ ਕੰਮ ਕਰਦੀ ਨਹੀਂ, ਫਿਰ ਤੈਨੂੰ ਆਦਤ ਪੈ ਜਾਊਗੀ ਵਿਹਲੀ ਬੈਠਣ ਦੀ। ਅੱਛਾ ਫਿਰ ਤੁਸੀਂ ਕਰਾ ਦਿਆ ਕਰੋ। ਉਹ ਜਿੰਨੇ ਕੰਮ ਤੂੰ ਕਰਾਉਣੀ ਆ ਨਾ ਬੇਬੇ ਨਾਲ, ਇਹ ਤੋਂ ਵੱਧ ਤਾਂ ਮੈਂ ਜਦੋਂ ਕੁਆਰਾ ਹੁੰਦਾ ਸੀ ਉਦੋਂ ਕਰਾਉਂਦਾ ਸੀ ਬੇਬੇ ਨਾਲ। ਫਿਰ ਹੁਣ ਵੀ ਕਰਾ ਦਿਆ ਕਰੋ ਕੰਮ। ਹੁਣ ਕਿਉਂ ਨਹੀਂ ਕਰਾਉਂਦੇ? ਕਿਉਂ ਬੇਬੇ ਹੁਣ ਵੀ ਤਾਂ ਕੰਮ ਕਰਾਉਣਾ ਚਾਹੀਦਾ। हाँ पुत्त आपदे घरे की डर है काम करन दा, बाहरले देसां 'ਚ जाके देख मुंडे आप रोटियां पका के खांदे ने। ਹੋਰ ਕੀ? ਓਏ ਬੇਬੇ ਬਸ ਕਰ, ਇਹਨੂੰ ਨਾ ਚਮਲਾ ਫਿਰ ਔਖੀ ਹੋਏਗੀ। ਨਾਲੇ ਬਾਹਰਲਿਆਂ ਦੀ ਤਾਂ ਮਜਬੂਰੀ ਹੁੰਦੀ ਹੈ, ਉਹਨਾਂ ਨੂੰ ਕਿਹੜਾ ਕੋਈ ਲਾ ਕੇ ਖਵਾਉਣ ਵਾਲਾ ਹੁੰਦਾ। ਮੇਰੇ ਕੋਲ ਤਾਂ ਸੁੱਖ ਨਾਲ ਤੁਸੀਂ ਦੋ ਜਣੀ ਹੋ। ਉਹ ਅੱਛਾ ਠੀਕ ਆ ਬਾਬਾ, ਅੱਜ ਸ਼ਾਮ ਦੀ ਰੋਟੀ ਸਬਜ਼ੀ ਨਾ ਮੈਂ ਹੀ ਬਣਾ ਲੂੰਗੀ। शुक्र है वाहिगुरु ने मेरी सुन ली। ਓ ਬੇਬੇ ਤੇਰੀ ਵਾਹਿਗੁਰੂ ਨੇ ਕੀ ਸੁਣ ਲਈ, ਮੈਨੂੰ ਵੀ ਤਾਂ ਦੱਸ ਦੇ। देख किवें भोला बनदा जिवें कुछ पता ही नहीं। ਲੈ ਬੇਬੇ ਹੱਦ ਕਰਦੀ ਐ ਤੂੰ ਵੀ। ਉਹ ਮੈਨੂੰ ਕੀ ਸੁਪਨਾ ਆਉਂਦਾ ਵੀ ਤੇਰੀ ਵਾਹਿਗੁਰੂ ਨੇ ਕੀ ਸੁਣੀ ਐ? ਜੇ ਕੁਝ ਦੱਸੇਂਗੀ ਤਾਂ ਹੀ ਪਤਾ ਲੱਗੂਗਾ। कोई ना हरप्रीत नूं पुछ ली, आपे दस दोगे तैनूं। हुण तां ना मैं दुध रिड़कना शुरू करा, दो सिरके हो जू पंजीरी जोगा। ਮੈਨੂੰ ਦਵਾਈ ਲਿਆ ਦਿਓ, ਮੇਰਾ ਨਾ ਐਸਿਡ ਬਣ ਬਣ ਕੇ ਬੁਰਾ ਹਾਲ ਹੋਇਆ ਪਿਆ, ਲਗਾਤਾਰ ਉਲਟੀਆਂ ਆ ਰਹੀਆਂ ਨੇ। ਓਏ ਦਵਾਈ ਤਾਂ ਤੈਨੂੰ ਮੈਂ ਲਿਆ ਦਿੰਨਾ, ਪਹਿਲਾਂ ਮੈਨੂੰ ਐਂ ਦੱਸ ਬੇਬੇ ਦੀ ਵਾਹਿਗੁਰੂ ਨੇ ਕੀ ਸੁਣ ਲਈ? ਕਿਤੇ ਕੋਈ ਲਾਟਰੀ ਤਾਂ ਨਿਕਲੀ ਬੇਬੇ ਨੂੰ? ਮੈਨੂੰ ਕੀ ਪਤਾ, ਜਾ ਕੇ ਬੇਬੇ ਨੂੰ ਪੁੱਛ ਲਿਆ ਤਾਂ। ਬੇਬੇ ਕਹਿੰਦੀ ਹਰਪ੍ਰੀਤ ਨੂੰ ਪੁੱਛ ਲੈ, ਤੂੰ ਕਹਿੰਦੀ ਬੇਬੇ ਨੂੰ ਪੁੱਛ ਲੈ। ਓ ਯਾਰ ਚੱਕਰ ਕੀ ਆ, ਮੈਨੂੰ ਦੱਸਦਿਆਂ ਕਿਉਂ ਨਹੀਂ ਤੁਸੀਂ? ਹੱਦ ਕਰਦੇ ਹੋ, ਜੇ ਬੇਬੇ ਨੂੰ ਪੁੱਛ ਕੇ ਤਾਂ ਬੇਬੇ ਨੂੰ ਪਤਾ ਹੋਊਗਾ। ਚੱਲ ਚੰਗਾ ਮੈਂ ਲਿਆ ਕੇ ਦਿੰਦਾ ਤੈਨੂੰ ਦਵਾਈ। ਬੇਬੇ ਮੈਂ ਡਾਕਟਰ ਤੇ ਜਾ ਰਿਹਾ ਹਰਪ੍ਰੀਤ ਵਾਸਤੇ ਦਵਾਈ ਲੈਣ। ਤੈਨੂੰ ਤਾਂ ਨਹੀਂ ਮੰਗਾਉਣੀ ਕੋਈ ਦਵਾਈ ਬੂਟੀ? हरप्रीत नूं हुणी कादी दवाई लिया के देवेंगा? चंगी डॉक्टरनी तो शुरू करांगे दवाई इहदी। ਓਏ ਬੇਬੇ ਤਿਆਵੇ ਵਧਿਆ ਹੋਇਆ ਉਹਦਾ, ਤਿਆਬ ਦੇ ਕੈਪਸੂਲ ਦਾ ਜਿੱਦੋਂ ਮਰਜ਼ੀ ਲੈ ਲਾ। तू तो कमला है, एवें ना पुट्ठियां सीधियां दवाइयां खवाई जाई। मसा वाहिगुरु ने सुनी है। ਓਏ ਬੇਬੇ ਕਾਹਦੀ ਸੁਣ ਲਈ ਤੇਰੀ ਵਾਹਿਗੁਰੂ ਨੇ? ਤੂੰ ਸਵੇਰ ਦੀ ਇੱਕੋ ਰਟ ਲਾ ਰੱਖੀ ਆ। ਆਪਣੇ ਘਰ ਦੇ ਵਿੱਚ ਖੁਸ਼ੀ ਆਉਣ ਵਾਲੀ ਹੈ, ਹੁਣ ਮੈਂ ਦਾਦੀ ਬਣਨ ਵਾਲੀ ਆ। ਮੈਂ ਕਰਦੀ ਹਾਂ ਹਰਪ੍ਰੀਤ ਨਾਲ ਗੱਲ, ਹੁਣ ਤੂੰ ਕੋਈ ਦਵਾਈ ਨਾ ਲਿਆ ਕੇ ਦੇ। ਹਰਪ੍ਰੀਤ ਪੁੱਤ ਇਸ ਹਾਲ ਦਵਾਈ ਨਹੀਂ ਖਾਈਦੀ ਹੁੰਦੀ। ਇਸ ਹਾਲਤ ਬੇਬੇ ਮੈਂ ਸਮਝੀ ਨਹੀਂ ਤੁਸੀਂ ਕਿਹੜੀ ਹਾਲਤ ਦੀ ਗੱਲ ਕਰਦੇ ਹੋ? ਲੈ ਪੁੱਤ ਮੈਥੋਂ ਕਾਹਦਾ ਪੜਦਾਗਾ, ਦਾਈਆਂ ਤੋਂ ਵੀ ਕਿਤੇ ਢਿੱਡ ਲੁਕਿਆ। ਓਹੋ ਬੇਬੇ ਮੇਰੇ ਤਾਂ ਸੱਚੀ ਕੁਝ ਨਹੀਂ ਸਮਝ ਆ ਰਹੀ, ਤੁਸੀਂ ਕੀ ਕਹੀ ਜਾਂਦੇ ਹੋ? ਪੁੱਤ ਤੈਨੂੰ ਸਮਝ ਨਹੀਂ ਆਉਣੀ, ਬੱਚਾ ਹੋਣ ਵੇਲੇ ਨਾ ਇਹੋ ਜਿਹੀਆਂ ਦਵਾਈਆਂ ਨਹੀਂ ਖਾਈਦੀਆਂ। ਸ਼ਹਿਰ ਜਾ ਕੇ ਕੋਈ ਚੰਗੀ ਜਿਹੀ ਦਵਾਈ ਲਈ ਡਾਕਟਰਨੀ ਤੋਂ। ਬੱਚਾ ਹੋਣ ਵੇਲੇ ਹੋ ਬੇਬੇ ਕਿਹੜਾ ਬੱਚਾ? ਮੇਰੇ ਤਾਂ ਤੇਜ਼ਾਬ ਬਣਿਆ ਹੋਇਆ ਤਾਂ ਉਲਟੀਆਂ ਲੱਗ ਰਹੀਆਂ ਨੇ, ਮੈਨੂੰ ਤਾਂ ਪੇਕੇ ਵੀ ਲੱਗਦੀਆਂ ਰਹਿੰਦੀਆਂ ਸੀ। ਓਹੋ ਪੁੱਤ ਉਦੋਂ ਗੱਲ ਕੁਛ ਹੋਰ ਸੀਗੀ, ਹੁਣ ਤੂੰ ਵਿਆਹੀ ਹੋਈਆਂ ਕੀ। ਡਾਕਟਰਨੀ ਤੋਂ ਚੈੱਕ ਕਰਾ ਕੇ ਚੰਗੀ ਜਿਹੀ ਦਵਾਈ ਲਿਆਈ। ਓਹੋ ਬੇਬੇ ਤੁਸੀਂ ਵੀ ਨਾ ਹੱਦ ਕਰਦੇ ਹੋ, ਮੈਨੂੰ ਨਾ ਮੇਰੀ ਪ੍ਰੋਬਲਮ ਪਤਾ ਹੈ, ਮੇਰੇ ਤਾਂ ਤੇਜ਼ਾਬ ਬਣਦਾ ਹੈ, ਫਿਰ ਮੈਂ ਡਾਕਟਰਾਂ ਕੋਲ ਕਾਹਦੇ ਲਈ ਜਾਣਾ? ਨਹੀਂ ਪੁੱਤ ਐਵੇਂ ਨਹੀਂ ਆਪਣੀ ਮਰਜ਼ੀ ਕਰੀਦੀ ਹੁੰਦੀ, ਸਿਆਣੇ ਦੀ ਵੀ ਗੱਲ ਮੰਨ ਲਿਆ ਕਰ। ਚਲੋ ਠੀਕ ਹੈ, ਜੇ ਤੁਸੀਂ ਇੰਨਾ ਕਹਿੰਦੇ ਹੋ ਨਾ ਤਾਂ ਮੈਂ ਡਾਕਟਰ ਕੋਲ ਜਾ ਆਉਂਗੀ। ਠੀਕ ਹੈ ਠੀਕ ਹੈ। ਮੇਰੀ ਗੱਲ ਸੁਣੋ, ਤੁਸੀਂ ਨਾ ਮੈਨੂੰ ਵੀ ਨਾਲ ਲੈ ਜਾਓ। ਬੇਬੇ ਨਾ ਬਾਰ-ਬਾਰ ਕਹੀ ਜਾਂਦੀ ਹੈ ਵੀ ਤੇਰੇ ਜਵਾਕ ਹੋਣ ਵਾਲਾ, ਤੇਰੇ ਜਵਾਕ ਹੋਣ ਵਾਲਾ। ਆਪਾਂ ਨੇ ਟੈਸਟ ਕਰਾਈ ਜਾਂਦੇ ਆ, ਨਾਲੇ ਬੇਬੇ ਦਾ ਵੀ ਵਹਿਮ ਦੂਰ ਹੋ ਜਾਊਗਾ। ਯਾਰ ਬੁੜੀਆਂ ਨੂੰ ਇੱਕ ਤਾਂ ਨਾ ਪਹਿਲਾਂ ਤਾਂ ਜਵਾਕ ਵਿਆਹੁਣ ਦੀ ਕਾਹਲੀ ਹੁੰਦੀ ਆ, ਫਿਰ ਜਵਾਕ ਕਰੀ ਜਾਂਦੀਆਂ ਨੇ। ਚੱਲ ਆਪਾਂ ਫਿਰ ਗੱਡੀ ਉਹ ਲੈ ਜਾਂਦੇ ਆ। ਆਹੋ ਸ਼ੁਕਰ ਹੈ ਵਾਹਿਗੁਰੂ ਦਾ, ਭਾਗ ਲਾਤੇ ਮੇਰੇ ਘਰ ਨੂੰ। ਹੁਣ ਤਾਂ ਸਬਰ ਹੀ ਨਹੀਂ ਹੋ ਰਿਹਾ। ਰੱਬ ਨਾ ਸੋਹਣਾ ਜਿਹਾ ਪੋਤਾ ਮੇਰੀ ਝੋਲੀ ਪਾ ਦੇ ਹੁਣ ਤਾਂ ਛੇਤੀ ਛੇਤੀ।
ਰਿਪੋਰਟ। ਮੈਂ ਤਾਂ ਤੈਨੂੰ ਕਹਿੰਦੀ ਸੀ ਪੁੱਤ, ਤੂੰ ਹੀ ਨਹੀਂ ਮੇਰੀ ਮੰਨਦੀ ਸੀ। ਓਹੋ ਬੇਬੇ, ਮੇਰੀ ਪੂਰੀ ਗੱਲ ਤਾਂ ਸੁਣ ਲਓ। ਰਿਪੋਰਟ ਤਾਂ ਨੈਗੇਟਿਵ ਹੈ, ਮੈਨੂੰ ਤਾਂ ਉਲਟੀਆਂ ਨਾ ਤੇਜ਼ਾਬ ਕਰਕੇ ਲੱਗ ਰਹੀਆਂ ਸੀ। ਤੇ ਫਿਰ ਇੰਨਾ ਖੁਸ਼ ਹੋ ਕੇ ਦੱਸਣ ਦੀ ਕੀ ਲੋੜ ਸੀ? ਮੈਂ ਤਾਂ ਆਖਿਆ ਰੱਬ ਨੇ ਮੇਰੀ ਸੁਣ ਲਈ, ਪਰ ਕਿੱਥੇ, ਪਤਾ ਨਹੀਂ ਰੱਬ ਕਿੰਨਾ ਕੁ ਸਬਰ ਕਰਾਊਗਾ। ਓਏ ਬੇਬੇ, ਤੂੰ ਕਿਉਂ ਕਾਹਲੀ ਕਰ ਰੱਖੀ ਐ ਨੀ ਜਵਾਕ ਦੀ? ਵੇ ਹਜੇ ਕਾਹਲੀ ਆ, ਪੂਰਾ ਸਾਲ ਹੋ ਗਿਆ ਤੁਹਾਡੇ ਵਿਆਹ ਨੂੰ। ਬੇਬੇ, ਇਹ ਤਾਂ ਰੱਬ ਦੀਆਂ ਦਾਤਾਂ ਹੁੰਦੀਆਂ ਨੇ, ਜਦੋਂ ਉਹਨੇ ਦੇਣਾ ਨਾ ਉਹ ਆਪੇ ਦੇ ਦੂਗਾ। ਓਏ ਬੇਬੇ, ਤੈਨੂੰ ਅਸੀਂ ਐਸ ਕਰਦੇ ਬੁਰੇ ਲੱਗਦੇ ਆ? ਓਏ ਫਰੀ ਆ ਕਰਾਂਗੇ ਐਵੇਂ ਜਵਾਕਾਂ ਦੇ ਪੋਤੜੇ ਸਿਖਾਉਂਦੇ। ਵੇ ਗੱਲ ਸੁਣ, ਲੋਕ ਤਾਂ ਤਰਸਦੇ ਆ ਪੋਤੜੇ ਧੋਣ ਨੂੰ, ਤੁਸੀਂ ਪੋਤੜੇ ਧੋਣ ਤੋਂ ਡਰਦੇ ਹੋ। ਤੁਸੀਂ ਮੈਨੂੰ ਛੇਤੀ ਖੁਸ਼ਖਬਰੀ ਸੁਣਾਓ, ਪੋਤੜੇ ਤਾਂ ਮੈਂ ਆਪੇ ਧੋ ਦਿਆ ਕਰੂੰਗੀ। ਯਾਰ ਕੀ ਹੈ, ਬੇਬੇ ਨੇ ਨਾ ਜਵਾਕ ਲਾ ਰੱਖੀ ਹੈ। ਇੱਕ ਗੱਲ ਦੱਸੋ, ਜੇ ਮੇਰੇ ਜਵਾਕ ਨਾ ਹੋਇਆ ਕਿ ਤੁਸੀਂ ਮੈਨੂੰ ਤਲਾਕ ਦੇ ਦੋਗੇ? ਓ ਯਾਰ ਕਿਉਂ ਨਹੀਂ ਹੋਊ ਤੇਰੇ ਜਵਾਕ? ਤੇਰੇ 'ਚ ਕਿਹੜਾ ਕੋਈ ਨੁਕਸ ਆ? ਹੋਰ ਹੀ ਗੱਲਾਂ ਮਰੀਆਂ ਨਹੀਂ ਆ। ਨਹੀਂ, ਮੈਂ ਤਾਂ ਪੁੱਛਦੀ ਸੀ, ਜੇ ਰੱਬ ਨਾ ਕਰੇ ਏਦਾਂ ਹੋ ਗਿਆ ਫੇਰ? ਓਏ ਨਹੀਂ ਹੁੰਦਾ ਯਾਰ ਏਦਾਂ, ਕੋਈ ਚੱਜ ਦੀ ਗੱਲ ਵੀ ਕਰ ਲਿਆ ਕਰ। ਸਾਰਾ ਦਿਨ ਯਾਰ ਹੋਰ ਹੀ ਗੱਲਾਂ ਮਰੀਆਂ ਨਹੀਂ ਆ। ਮੰਮੀ ਨਾ ਸਾਰਾ ਦਿਨ ਮੇਰੇ ਵੱਲ ਕੌੜਾ ਝਾਕਦੀ ਰਹਿੰਦੀ ਹੈ। ਪਤਾ ਨਹੀਂ ਮੰਮੀ ਦਾ ਕੀ ਮਾੜਾ ਕਰਤਾ। ਤੁਸੀਂ ਜਿੰਨਾ ਦਹੇਜ ਕਿਹਾ ਸੀ ਮੈਂ ਤਾਂ ਉਨਾ ਹੀ ਲੈ ਕੇ ਆਈ ਹਾਂ। ਤੂੰ ਮੈਨੂੰ ਮਿਹਣੇ ਮਾਰ ਰਹੀ ਆ ਯਾਰ? ਦਾਜ ਮੈਂ ਥੋੜਾ ਮੰਗਿਆ ਸੀ, ਉਹਦਾ ਮੰਮੀ ਨੇ ਐਵੇਂ ਭਗਾਈ ਮਾਰਤੀ ਸੀ ਵਿਚੋਲੇ ਕੋਲੇ। ਅੱਗੋਂ ਸਾਲਾ ਵਿਚੋਲਾ ਵੀ ਲਾਲਚੀ ਜਿਹਾ ਟੱਕਰ ਗਿਆ ਸੀ, ਉਹਨੇ ਆਪਦੇ ਕੜੇ ਦੇ ਚਾਚ 10,000 ਲਿਸਟ ਤੁਹਾਨੂੰ ਫੜਾਤੀ। ਤੁਸੀਂ ਨਾ ਮੰਮੀ ਨੂੰ ਆਰਾਮ ਨਾਲ ਬਿਠਾ ਕੇ ਪੁੱਛ ਲਓ ਕਿ ਉਹਨਾਂ ਨੂੰ ਪ੍ਰੋਬਲਮ ਕੀ ਆ। ਮੈਨੂੰ ਨਹੀਂ ਚੰਗਾ ਲੱਗਦਾ ਕੋਈ ਸਾਰਾ ਦਿਨ ਅੱਖਾਂ ਦੀਆਂ ਕੱਢਦਾ ਰਹੇ ਮੇਰੇ ਵੱਲ। ਯਾਰ ਮੰਮੀ ਦੀ ਪ੍ਰੋਬਲਮ ਤਾਂ ਦੇਖ ਤੈਨੂੰ ਵੀ ਪਤਾ ਹੀ ਆ ਨਾ। ਹੁਣ ਕੀ ਫਿਰ ਮੈਂ ਉਹਨਾਂ ਨੂੰ ਜਵਾਕ ਮੁੱਲ ਖਰੀਦ ਕੇ ਲਿਆ ਦਾਂ? ਪਤਾ ਤਾਂ ਹੈਗਾ, ਡਾਕਟਰਾਂ ਨੇ ਕਹਿਤਾ ਕਿ ਮੇਰੇ ਜਵਾਕ ਨਹੀਂ ਹੋ ਸਕਦਾ। ਇਹ 'ਚ ਮੈਂ ਵੀ ਕੀ ਕਰ ਸਕਦੀ ਹਾਂ? ਮੈਂ ਤਾਂ ਸਮਝਦਾ ਯਾਰ ਤੇਰੀ ਮਜਬੂਰੀ ਨੂੰ, ਪਰ ਉਹ ਅਨਪੜ੍ਹ ਆ, ਉਹਨੂੰ ਕਿਵੇਂ ਸਮਝਾਵਾਂ? ਨਾ ਇੱਕ ਗੱਲ ਦੱਸੋ, ਜੇ ਮੇਰੀ ਥਾਂ ਤੇ ਉਹਦੀ ਆਪਣੀ ਧੀ ਹੁੰਦੀ ਤਾਂ ਉਹ ਆਪਣੀ ਧੀ ਨਾਲ ਵੀ ਇਦਾਂ ਦੇ ਬਿਹੇਵ ਕਰਦੀ? ਉਹ ਬੁੜੀਆਂ ਨੂੰ ਜਵਾਕਾਂ ਚੱਲਿਆਂ ਦਾ ਚਾਹ ਹੁੰਦਾ ਹੀ ਆ ਯਾਰ, 2-4 ਕੁ ਦਿਨ ਕਰੂਗੀ ਆਪੇ ਠੀਕ ਹੋ ਜਾਊ। ਮੈਨੂੰ ਨਹੀਂ ਲੱਗਦਾ ਕਿ ਹੁਣ ਤੇਰੀ ਮਾਂ ਦਾ ਸੁਭਾਅ ਚੇਂਜ ਹੋਊਗਾ। ਓਏ ਤੂੰ ਟੈਨਸ਼ਨ ਨਾ ਲੈ, ਆਪ ਹੀ ਚੇਂਜ ਹੋ ਜਾਊਗਾ। ਪਹਿਲਾਂ ਕਿਹੜਾ ਤੇਰੇ ਨਾਲ ਲੜਦੀ ਹੁੰਦੀ ਸੀ? ਪਹਿਲਾਂ ਤਾਂ ਉਹਨੂੰ ਪੋਤਾ ਚਾਹੀਦਾ ਸੀ ਨਾ, ਪਰ ਹੁਣ ਤਾਂ ਉਹਨੂੰ ਪਤਾ ਲੱਗ ਗਿਆ ਕਿ ਮੈਂ ਉਹਨੂੰ ਪੋਤਾ ਦੇ ਨਹੀਂ ਸਕਦੀ, ਕਿਉਂਕਿ ਮੈਂ ਤਾਂ ਬਾਂਝ ਆ ਨਾ। ਓਏ ਯਾਰ ਤੂੰ ਬਾਂਝ ਨਹੀਂ ਹੈਗੀ, ਤੈਨੂੰ ਡਾਕਟਰਾਂ ਨੇ ਕਿਹਾ ਤਾਂ ਹੈਗਾ ਵੀ ਚਲੋ ਮੈਡੀਕਲ ਦਵਾਈਆਂ ਨਾਲ ਤਾਂ ਕੁਝ ਨਹੀਂ ਹੋ ਸਕਦਾ, ਪਰ ਕੁਦਰਤੀ ਕਰਿਸ਼ਮਾ ਤਾਂ ਹੋ ਹੀ ਸਕਦਾ ਹੈ। ਕੁਦਰਤੀ ਕਰਿਸ਼ਮਾ ਤਾਂ ਪਤਾ ਨਹੀਂ ਕਦੋਂ ਹੋਣਾ, ਪਰ ਤੇਰੀ ਮਾਂ ਨਾ ਰੋਜ਼ ਮੈਨੂੰ ਮਿਹਣੇ ਦਿੰਦੀ ਹੈ। ਮੱਝਾਂ ਗਾਵਾਂ ਦੇ ਬਹਾਨੇ ਰੋਜ਼ ਮੈਨੂੰ ਕੁਝ ਨਾ ਕੁਝ ਸੁਣਾਉਂਦੀ ਹੋ ਰਹਿੰਦੀ ਹੈ। ਉਹ ਕੋਈ ਨਾ, ਤੂੰ ਚੁੱਪ ਕਰਕੇ ਦਿਨ ਕੱਟ ਲੈ ਯਾਰ, ਬੇਬੇ ਕਿਹੜਾ ਸਾਰੀ ਉਮਰ ਆ। ਜਿਹੜੀ ਔਲਾਦ ਉਹਨੇ ਕਦੇ ਦੇਖੀ ਨਹੀਂ, ਉਹਦਾ ਤਾਂ ਉਹਨੂੰ ਮੋਹ ਆਉਂਦਾ। ਤੇ ਮੈਂ ਤਾਂ ਉਹਨੂੰ ਦਿਨ ਰਾਤ ਮੰਜੇ ਤੇ ਬੈਠੀ ਨੂੰ ਪੂਜਦੀ ਆ। ਮੈਂ ਫਿਰ ਵੀ ਉਹਨੂੰ ਬੁਰੀ ਲੱਗੀ ਜਾਂਦੀ ਆ। ਫਿਰ ਹੁਣ ਕੀ ਕਰੀਏ? ਅੱਡ ਹੋ ਜੇ ਬੇਬੇ ਤੋਂ? ਦੇਖੋ, ਮੈਂ ਤੁਹਾਡੇ ਮਾਂ ਪੁੱਤ ਦੇ ਵਿੱਚ ਫਰਕ ਪਾ ਕੇ ਕੁਝ ਨਹੀਂ ਲੈਣਾ, ਨਾ ਹੀ ਮੈਨੂੰ ਸ਼ੌਂਕ ਹੈ ਉਹਨਾਂ ਤੋਂ ਅੱਡ ਹੋਣ ਦਾ। ਪਰ ਤੁਸੀਂ ਨਾ ਬੇਬੇ ਨੂੰ ਸਮਝਾ ਦਿਓ ਕਿ ਮੱਝਾਂ ਗਾਵਾਂ ਵਿੱਚ ਦੀ ਮੈਨੂੰ ਸੁਣਾਈ ਨਾ ਜਾਵੇ। ਚੱਲ ਕੋਈ ਨਹੀਂ, ਮੈਂ ਜਾ ਕੇ ਕਰਦਾ ਯਾਰ ਬੇਬੇ ਨਾਲ ਗੱਲ। ਬੇਬੇ, ਤੂੰ ਹਰਪ੍ਰੀਤ ਵੱਲ ਸਾਰਾ ਦਿਨ ਅੱਖਾਂ ਕੱਢਦੀ ਰਹਿਣੀ ਹੈ। ਕੀ ਮਾੜਾ ਕਰਤਾ ਉਹਨੇ ਤੇਰਾ? ਸਾਰਾ ਦਿਨ ਤਾਂ ਉਹ ਚਾਹ ਪਾਣੀ ਲੈ ਕੇ ਤੇਰੇ ਮਗਰ ਮਗਰ ਭੱਜੀ ਫਿਰਦੀ ਆ। ਨਾ ਮਗਰ ਭੱਜੇ ਨਾ, ਉਹਨੇ ਰਹਿਣਾ ਹੈਗਾ, ਉਹਨੂੰ ਲਾਲਚ ਰਹਿਣ ਦਾ, ਤਾਂ ਉਹਨੂੰ ਕੌਣ ਰੱਖਦਾ ਫੰਡਰ ਨੂੰ? ਸ਼ਾਬਾਸ਼ ਬੇਬੇ ਤੇਰੇ, ਤੂੰ ਬਗਾਨੀ ਧੀ ਦਾ ਮੁਕਾਬਲਾ ਮੱਝਾਂ ਗਾਵਾਂ ਨਾਲ ਕਰਨਾ ਸ਼ੁਰੂ ਕਰਤਾ। ਸ਼ਰਮ ਕਰ ਲੈ ਬੇਬੇ, ਸ਼ਰਮ। ਜੇ ਉਹਦੀ ਜਗ੍ਹਾ ਤੇ ਆਪਣੀ ਕੁੜੀ ਹੁੰਦੀ ਤੂੰ ਫਿਰ ਵੀ ਐਵੇਂ ਬੋਲਦੀ। ਭਰਤੇ ਕੰਨ ਭਰ ਕੇ ਤੋਰਤਾ ਤੈਨੂੰ, ਤੀਵੀਂ ਨੇ ਲੱਗ ਗਿਆ ਤੀਵੀਂ ਪਿੱਛੇ। ਚਲੋ ਮੰਨਦਾ ਬੇਬੇ ਮੈਂ ਤੇਰੀ ਗੱਲ, ਉਹ ਮੈਨੂੰ ਸਿਖਾਉਂਦੀ ਰਹਿੰਦੀ ਆ ਉਹ, ਪਰ ਮੇਰੀਆਂ ਅੱਖਾਂ ਦਾ ਕੰਮ ਕਰਦੀਆਂ ਹੀ ਨੇ। ਮੈਂ ਆਪਦੇ ਅੱਖੀਂ ਦੇਖਦਾ ਤੈਨੂੰ ਰੋਜ਼, ਜੋ ਤੂੰ ਉਹਦੇ ਨਾਲ ਸਲੂਕ ਕਰਦੀ ਆ। ਜਦੋਂ ਲੋਕ ਜਵਾਕ ਲੈ ਕੇ ਖੜਦੇ ਨਾ ਗਲੀ 'ਚ, ਮੇਰੇ ਕਾਲਜੇ 'ਚ ਰੁੱਗ ਭਰਿਆ ਜਾਂਦਾਗਾ। ਦੇ ਕੇ ਦਾਜ ਦਾ ਲਾਲਚ ਆ ਪੱਲੇ ਪਾਤੀ ਬਾਂਝ। ਬੇਬੇ ਮੈਨੂੰ ਤੇਰੀਆਂ ਆਹੀ ਗੱਲਾਂ ਗਲਤ ਲੱਗਦੀਆਂ ਨੇ। ਵਿਆਹ ਤੋਂ ਪਹਿਲਾਂ ਕਿਹਦੇ ਮਾਪੇ ਨੂੰ ਪਤਾ ਹੁੰਦਾ ਅੱਗੇ ਦੀ ਲਾਈਫ ਦਾ? ਜਦੋਂ ਦਾ ਇਹਨੇ ਇਸ ਘਰ ਦੇ ਵਿੱਚ ਪੈਰ ਪਾਇਆ ਨਾ, ਘਰ ਦੇ ਭਾਗ ਹੀ ਉੱਜੜ ਗਏ। ਮੱਝਾਂ ਦੇ 3-3 ਟੀਕੇ ਲਵਾਤੇ, ਫਿਰ ਵੀ ਫੰਡਰਾ ਨਿਕਲਿਆ ਇਆਂ। ਉਹ ਚੱਲ ਠੀਕ ਆ ਬੇਬੇ, ਜੋ ਵੀ ਇਸ ਘਰ 'ਚ ਮਾੜਾ ਹੁੰਦਾ ਉਹ ਹਰਪ੍ਰੀਤ ਕਰਕੇ ਹੁੰਦਾ, ਫਿਰ ਅਸੀਂ ਘਰੋਂ ਹੀ ਚਲੇ ਜਾਂਦੇ ਆ। ਇਹੀ ਤਾਂ ਇਹ ਚਾਹੁੰਦੀ ਹੈ ਵੀ ਘਰੋਂ ਅਸੀਂ ਅੱਡ ਰਹੀਏ। ਬੇਬੇ ਤੈਨੂੰ ਸਮਝਾਉਣਾ ਬਹੁਤ ਔਖਾ, ਤੂੰ ਕਿਹੜਾ ਕਿਸੇ ਗੱਲ ਸੁਣਨੀ ਹੁੰਦੀ ਆ। ਹਰਪ੍ਰੀਤ ਤੂੰ ਉਦਾਸ ਨਾ ਹੋਇਆ ਕਰ, ਆਪਾਂ ਹੁਣ ਰੋਜ਼ ਗੁਰਦੁਆਰੇ ਜਾਇਆ ਕਰਾਂਗੇ, ਨਾਲੇ ਤਾਂ ਮਨ ਨੂੰ ਸ਼ਾਂਤੀ ਮਿਲੂਗੀ, ਨਾਲੇ ਆਪਾਂ ਬਾਬੇ ਅੱਗੇ ਅਰਦਾਸ ਕਰਿਆ ਕਰਾਂਗੇ ਵੀ ਆਪਣੀ ਛੇਤੀ ਤੋਂ ਛੇਤੀ ਸੁਣ ਲੈ। ਮੇਰੇ ਤਾਂ ਨਾ ਹੁਣ ਕਿਤੇ ਜਾਣ ਨੂੰ ਜੀ ਨਹੀਂ ਕਰਦਾ, ਮੇਰਾ ਤਾਂ ਜੀ ਕਰਦਾ ਮੈਂ ਖੁਦਕੁਸ਼ੀ ਕਰ ਲਾਂ। ਓਹੋ ਯਾਰ, ਬੇਬੇ ਤਾਂ ਅਨਪੜ੍ਹ ਹੈਗੀ ਆ, ਉਹ ਤੂੰ ਤਾਂ ਪੜ੍ਹੀ ਲਿਖੀ ਆ, ਤੂੰ ਤਾਂ ਨਾ ਇਹੋ ਜਿਹੀਆਂ ਗੱਲਾਂ ਕਰਿਆ ਕਰ ਯਾਰ।
ਮੈਨੂੰ ਤਾਂ ਸੱਚੀ ਆਪ ਨਹੀਂ ਕਦੇ ਕਦੇ ਸਮਝ ਆਉਂਦੀ ਕਿ ਸਿਰਫ ਔਲਾਦ ਹੀ ਸਭ ਕੁਝ ਆ ਬੰਦੇ ਲਈ। ਬੰਦੇ ਦੀ ਆਪਣੀ ਕੋਈ ਕੀਮਤ ਨਹੀਂ ਇੱਥੇ। ਓ ਯਾਰ ਤੂੰ ਇਹ ਸਭ ਬਾਰੇ ਸੋਚਣਾ ਛੱਡ ਦੇ। ਜਦੋਂ ਵੀ ਤੂੰ ਫ੍ਰੀ ਹੋਵੇਂ ਬਸ ਰੱਬ ਦਾ ਨਾਮ ਲੈ ਲਿਆ ਕਰ। ਚੱਲ ਆਪਾਂ ਗੁਰਦੁਆਰੇ ਚੱਲ ਕੇ ਆਉਂਦੇ ਆ ਜਾ। धरती तन होए अंबर सब पे दुख मुके सच्चे पातशाह जी हथ बन दिया मत्था टेक दिया तुसी आन टुके सच्चे पातशाह जी हेठा चानण दा दरिया वगे उत्तों मेर दा बरसे मेघ बाबा जिन्ना थावां ते पाए पैर तुसी उत्थे अज भी वरते देग बाबा। पार नानक सब थाए कार नानक हार नानक पार नानक सब थाए कार नानक। ਓ ਬੇਬੇ 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 ਤੂੰ ਦਾਦੀ ਬਣਨ ਵਾਲੀ ਐ। ਵੇ ਕਿਤੇ ਬੰਜੜ ਜ਼ਮੀਨਾਂ ਵੀ ਵਾਦ ਹੋਈਆਂ ਨੇ ਗਈਆਂ ਗਿਆ। ਕਿਉਂ ਤੂੰ ਮੈਨੂੰ ਪਾਗਲ ਬਣਾਉਣਾਗਾ? ਓਏ ਬੇਬੇ ਆ ਦੇਖ ਰਿਪੋਰਟ ਤਾਂ ਤੇਰੇ ਸਾਹਮਣੇ ਆ। ਵੇ ਮੈਂ ਕਿਹੜਾ ਪੜ੍ਹੀ ਹੋਈਆਂ ਗੀ? ਓਏ ਚੱਲ ਕੋਈ ਨਾ ਬੇਬੇ, ਫਿਰ ਇਹ ਕਿਹੜਾ ਤੇ ਤੂੰ ਲੁਕਿਆ ਰਹਿਣਾ, ਹੌਲੀ ਹੌਲੀ ਤਾਂ ਸਾਹਮਣੇ ਆਊਗਾ, ਕੋਈ ਗੱਲ ਨਹੀਂ। ਸੁਣਾਇਆ ਆਪਣੀ ਮਾਂ ਨੂੰ ਖਬਰ? ਓਏ ਸੁਣਾਉਣੀ ਓ ਸੀ, ਮਸਾ ਤਾਂ ਉਹਦੀ ਰੱਬ ਨੇ ਰੀਸ ਪੂਰੀ ਕੀਤੀ ਆ। ਪਰ ਖੁਸ਼ ਤਾਂ ਤੇਰੀ ਮਾਂ ਨੇ ਹਲੇ ਵੀ ਨਹੀਂ ਹੋਣਾ ਜਦ ਤੱਕ ਜਵਾਕ ਨਹੀਂ ਹੁੰਦਾ। ਹੁਣ ਤਾਂ ਪੋਤਾ ਚਾਹੀਦਾ, ਜੇ ਹੋਊਗੀ ਨਾ ਪੋਤੀ ਫਿਰ ਦੇਖਿਓ ਉਹਦਾ ਰੰਗ ਉੜਦਾ। ਓਏ ਬੇਬੇ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ, ਚਾਹੇ ਪੋਤਾ ਹੋਵੇ ਚਾਹੇ ਪੋਤੀ ਹੋਵੇ, ਉਹਨੂੰ ਤਾਂ ਬਸ ਖੜਾਉਣ ਲਈ ਜਵਾਕ ਚਾਹੀਦਾ। ਅੱਛਾ, ਇਹ ਨਾ ਤੁਹਾਡਾ ਵਹਿਮ ਆ, ਹੁਣੇ ਦੂਰ ਕਰ ਲਓ, ਜਾ ਕੇ ਪੁੱਛ ਲਓ ਜੇ ਪੋਤੀ ਹੋਗੀ ਮਨਜ਼ੂਰ ਆ ਉਹ। ਕੋਈ ਗੱਲ ਨਹੀਂ, ਮੈਂ ਪੁੱਛ ਲੈਣਾ ਬੇਬੇ ਨੂੰ। ਵੈਸੇ ਮੈਨੂੰ ਲੱਗਦਾ ਨਹੀਂ ਵੀ ਬੇਬੇ ਨੂੰ ਇਸ ਗੱਲ ਨਾਲ ਕੋਈ ਫਰਕ ਪਊਗਾ। ਫਿਰ ਨਾ ਤੁਸੀਂ ਕਦੇ ਗੌਰ ਹੀ ਨਹੀਂ ਕੀਤੀ ਉਹਦੀ ਗੱਲ ਤੇ, ਉਹ ਹਰ ਗੱਲ ਤੇ ਨਾ ਪੋਤਾ ਪੋਤਾ ਹੀ ਕਰਦੀ ਏ। ਕੋਈ ਨਾ, ਮੈਂ ਬੇਬੇ ਨਾਲ ਕਰਦਾ ਜਾ ਕੇ ਗੱਲ ਹੋਣੀ ਆ ਵੀ। ਓ ਬੇਬੇ ਸੱਚੋ ਸੱਚ ਦੱਸ, ਤੈਨੂੰ ਪੋਤਾ ਚਾਹੀਦਾ ਜਾਂ ਪੋਤੀ? ਇਹ ਹਰ ਇੱਕ ਬੰਦਾ ਹੀ ਪੋਤਾ ਭਾਲਦਾ, ਪੋਤੀਆਂ ਕੌਣ ਭਾਲਦਾ? ਬੇਬੇ ਤੂੰ ਕੀ ਚਾਹੁੰਦੀ ਆ ਫਿਰ? ਮੈਂ ਵੀ ਪੋਤਾ ਭਾਲਦੀ ਆ। ਜੇ ਪੋਤੀ ਹੋ ਗਈ ਫਿਰ ਕੀ ਕਰੇਂਗੀ? ਵੇ ਐ ਕਿਵੇਂ ਹੋ ਜੂ ਪੋਤੀ? ਪਹਿਲਾਂ ਤੁਸੀਂ ਟੈਸਟ ਕਰਾਓ, ਜੇ ਕੁੜੀ ਹੋਈ ਫਿਰ ਆਪਾਂ ਉਹ ਤਾਂ ਕੀ ਕਰਾਉਣਾ, ਪਰ ਦਫਾ ਕਰਾਂਗੇ। ਉਹ ਬੇਬੇ ਔਲਾਦ ਤਾਂ ਔਲਾਦ ਹੀ ਹੁੰਦੀ ਆ, ਚਾਹੇ ਪੋਤਾ ਹੋਵੇ ਚਾਹੇ ਪੋਤੀ। ਨਾਲੇ ਬੇਬੇ ਨਾਨੀ ਦੇ ਤੂੰ ਵੀ ਤਾਂ ਹੋਈ ਹੋ ਸੀ, ਤੇਰਾ ਤਾਂ ਨਾਨੀ ਨੇ ਕੰਮ ਨਿਬੇੜਿਆ ਨਹੀਂ। ਵੇ ਬਹੁਤੀਆਂ ਗੱਲਾਂ ਨਾ ਸੁਣਾ ਮੈਨੂੰ, ਜਾ ਕੇ ਟੈਸਟ ਕਰਾ, ਪਤਾ ਲੱਗ ਜੂ ਮੁੰਡਾ ਕਿ ਕੁੜੀ ਆ। ਕਿਤੇ ਮੈਂ ਐਵੇਂ ਲੋੜੀ ਦਾ ਚਾ ਚੜਾਉਂਦੀ ਫਿਰ। ਕੋਈ ਨਾ ਬੇਬੇ, ਕਰਾ ਲੈਣ ਟੈਸਟ ਜਾ ਕੇ ਫਿਰ। ਉਹ ਯਾਰ ਇੱਕ ਪੰਗਾ ਹੋਰ ਪੈ ਗਿਆ, ਹੁਣ ਬੇਬੇ ਕਹਿੰਦੀ ਟੈਸਟ ਕਰਵਾਓ। ਕਿਉਂ? ਹੁਣ ਉਹਦੀਆਂ ਮਰਜ਼ੀਆਂ ਚੱਲਣਗੀਆਂ। ਹਰ ਜੇ ਹੋਈ ਕੁੜੀ ਫਿਰ ਉਹ ਕਹੂਗੀ ਅਬੋਰਸ਼ਨ ਕਰਾਓ। ਮੇਰੀ ਗੱਲ ਸੁਣ ਲਓ, ਕੁੜੀ ਹੋਵੇ ਚਾਹੇ ਮੁੰਡਾ ਹੋਵੇ, ਮੈਂ ਟੈਸਟ ਨਹੀਂ ਕਰਾਉਂਦੀ। ਓਏ ਆਪਾਂ ਐਵੇਂ ਕਰਦੇ ਆ, ਟੈਸਟ ਤਾਂ ਕਰਾ ਲੈਂਦੇ ਆ। ਜੇ ਕੁੜੀ ਹੋਈ ਤਾਂ ਬੇਬੇ ਨੂੰ ਨਹੀਂ ਦੱਸਾਂਗੇ ਯਾਰ, ਆਪਾਂ ਨੂੰ ਪਤਾ ਤਾਂ ਲੱਗ ਜਾਊ ਵੀ ਮੁੰਡਾ ਕਿ ਕੁੜੀ ਆ। ਪਹਿਲਾਂ ਤਾਂ ਤੁਹਾਨੂੰ ਔਲਾਦ ਚਾਹੀਦੀ ਸੀ, ਹੁਣ ਤੁਹਾਨੂੰ ਮੁੰਡਾ ਵੀ ਚਾਹੀਦਾ। ਉਹ ਸ਼ਰਮ ਕਰ ਲਓ, ਸ਼ਰਮ। ਓ ਯਾਰ ਮੈਂ ਤਾਂ ਬੇਬੇ ਕਰਕੇ ਕਹਿੰਦਾ ਸੀ ਵੀ ਚੱਲ ਜੇ ਮੁੰਡਾ ਹੋਇਆ ਤਾਂ ਖੁਸ਼ ਹੋ ਜਾਊਗੀ। ਮੇਰੀ ਗੱਲ ਸੁਣ ਲਓ, ਜੇ ਮੇਰੇ ਨਾਲ ਰਹਿਣਾ ਨਾ ਤਾਂ ਇਹ ਬੇਬੇ ਦੇ ਨਾ ਫੋਕੇ ਡਰਾਬੇ ਮੰਨਣੇ ਬੰਦ ਕਰ ਦਿਓ, ਨਹੀਂ ਤਾਂ ਮੈਨੂੰ ਤਲਾਕ ਦੇ ਕੇ ਤੋਰੋ ਪਰਾਂ। ਤੇ ਰਹੀ ਗੱਲ ਤੁਹਾਡੀ ਮਾਂ ਦੀ ਖੁਸ਼ੀ ਦੀ, ਉਹ ਤਾਂ ਕਦੇ ਖੁਸ਼ ਹੋ ਹੀ ਨਹੀਂ ਸਕਦੀ, ਕਦੇ ਵੀ ਨਹੀਂ। ਬੇਬੇ ਤੇਰੇ ਲਈ ਖੁਸ਼ਖਬਰੀ ਆ, ਤੇਰੇ ਪੋਤਾ ਆਉਣ ਵਾਲਾ। ਹਰਪ੍ਰੀਤ ਤਾਂ ਮੰਨਦੀ ਨਹੀਂ ਸੀ, ਮੈਂ ਧੱਕੇ ਨਾਲ ਲਿਆ ਕੇ ਉਹਨੂੰ ਟੈਸਟ ਕਰਵਾ ਕੇ ਲਿਆਇਆ। ਫਿਰ ਤਾਂ ਬਹੁਤ ਖੁਸ਼ੀ ਦੀ ਗੱਲ ਹੈ, ਫਿਰ ਤਾਂ ਪੰਜੇ ਘਿਓ ਚ ਨਾ। ਹਾਂ ਹਾਂ ਬੇਬੇ। ਤੁਸੀਂ ਬੇਬੇ ਨੂੰ ਝੂਠ ਕਿਉਂ ਬੋਲਿਆ? ਜਦੋਂ ਜਵਾਕ ਹੋਊਗਾ ਉਦੋਂ ਵੀ ਤਾਂ ਸਾਹਮਣੇ ਆਊ। ਜੇ ਕੁੜੀ ਹੋਗੀ ਫੇਰ? ਉਹ ਯਾਰ ਫਿਰ ਕਰਦਾ ਵੀ ਕੀ, ਜੇ ਬੇਬੇ ਨੂੰ ਝੂਠ ਨਾ ਬੋਲਦਾ ਫਿਰ ਬੇਬੇ ਰੋਜ਼ ਰੋਜ਼ ਕਿਹਾ ਕਰਦੀ ਟੈਸਟ ਕਰਾ ਲਓ ਟੈਸਟ ਕਰਾ ਲਓ। ਹੁਣ ਘੱਟੋ ਘੱਟ ਸਬਰ ਤਾਂ ਰੱਖੂਗੀ। ਮੈਨੂੰ ਬਹੁਤ ਡਰ ਲੱਗ ਰਿਹਾ ਹਰਭਜਨ। ਓਏ ਹੌਸਲੇ ਤੋਂ ਕੰਮ ਲੈ, ਹੌਸਲੇ ਤੋਂ। ਤੂੰ ਡਰਦੀ ਕਿਉਂ ਆ ਯਾਰ, ਮੈਂ ਹੈਗਾ ਤੇਰੇ ਨਾਲ।
ਬੇਬੇ ਜੀ ਮਰੀਜ਼ ਤੁਹਾਡਾ ਇਹ ਬਿਲਕੁਲ ਠੀਕ ਆ, ਪਰ ਜਿਸ ਤਰ੍ਹਾਂ ਗਿਰੇ ਤੇ ਹੋ ਕੁਝ ਵੀ ਸਕਦਾ ਹੈ। ਡਾਕਟਰ ਸਾਹਿਬ ਬੱਚਾ ਤਾਂ ਠੀਕ ਹੈ ਨਾ? ਬੇਬੇ ਜੀ ਡਿੱਗਣ ਕਰਕੇ ਵੱਡੀ ਕੋਈ ਪ੍ਰੋਬਲਮ ਆ ਗਈ ਵੀ ਬੱਚਾ ਸਾਨੂੰ 1 ਮਹੀਨਾ ਪਹਿਲਾਂ ਹੀ ਆਪਰੇਸ਼ਨ ਕਰਕੇ ਚੱਕਣਾ ਪੈਣਾ, ਉਹ ਵੀ ਅੱਜ ਹੀ। ਕੋਈ ਨਾ ਡਾਕਟਰ ਸਾਹਿਬ, ਜਿਵੇਂ ਤੁਹਾਨੂੰ ਠੀਕ ਲੱਗਦਾ ਉਵੇਂ ਕਰ ਲਓ। ਬੇਬੇ ਜੀ ਇੱਕ ਪ੍ਰੋਬਲਮ ਹੋ ਰਹੀ, ਬੱਚਾ ਤੇ ਮਾਂ ਦੋਨਾਂ ਨੂੰ ਰਿਸਕ ਆ ਜੀ, ਦੋਨਾਂ ਚੋਂ ਇੱਕ ਦੀ ਜਾਨ ਜਾ ਸਕਦੀ ਹੈ। ਡਾਕਟਰ ਸਾਹਿਬ ਤੁਸੀਂ ਬੱਚੇ ਦੀ ਬਚਾਉਣ ਦੀ ਕੋਸ਼ਿਸ਼ ਕਰੋ, ਉਹ ਤਾਂ ਆਪੇ ਬਾਜੂ ਜੇ ਉਹਦੇ ਲਿਖੀ ਹੋਈ ਤਾਂ। ਇੱਕ ਤਾਂ ਸਾਈਨ ਕਰ ਦੇ ਇੱਥੇ, ਇੱਕ ਉਧਰ ਆਪਰੇਸ਼ਨ ਦੀ ਪੇਮੈਂਟ ਜਮ੍ਹਾਂ ਕਰਾ ਦਿਓ। ਠੀਕ ਹੈ ਸਰ। ਆ ਲਓ ਵੀ ਗੁੜੀਆ ਹੋਈ ਆ ਤੁਹਾਡੇ, ਪਰ ਸੌਰੀ ਅਸੀਂ ਇਹਦੀ ਮਾਂ ਨੂੰ ਨਹੀਂ ਬਚਾ ਸਕੇ। ਮਾਂ ਨੂੰ ਨਹੀਂ ਬਚਾ ਸਕੇ? ਡਾਕਟਰ ਸਾਹਿਬ ਇਹ ਕੀ ਕਰ ਰਹੇ ਹੋ ਤੁਸੀਂ? ਮੈਂ ਤਾਂ ਪੋਤੇ ਦੇ ਚੱਕਰ 'ਚ ਨੂੰਹ ਵੀ ਗਵਾ ਲਈ, ਮੈਂ ਕੀ ਕਰਾਉਣਾ ਸੀ ਇਸ ਪੱਥਰ ਤੋਂ। ਪੁੱਤ ਜਿੰਨੀ ਲਿਖੀ ਸੀ ਉਨੀ ਭੁਗਤ ਗਈ। ਮੈਨੂੰ ਤਾਂ ਯਕੀਨ ਹੀ ਨਹੀਂ ਆ ਰਿਹਾ ਵੀ ਉਹ ਇਸ ਘਰੇ ਹੈ ਹੀ ਨਹੀਂ। ਮੈਨੂੰ ਹੁਣ ਵੀ ਭੁਲੇਖੇ ਪੈਂਦੇ ਆ ਉਹਦੇ। ਬੇਬੇ ਉਹਦੀ ਉਮਰ ਤਾਂ ਰੱਬ ਨੇ ਬਹੁਤ ਲਿਖੀ ਸੀ, ਪਰ ਉਹਦੀ ਮੌਤ ਤੂੰ ਚੁਣੀ ਆ। ਤੈਨੂੰ ਹੋਣਾ ਸ਼ਾਇਦ ਮੈਨੂੰ ਕੁਝ ਪਤਾ ਹੀ ਨਹੀਂ, ਪਰ ਮੈਨੂੰ ਡਾਕਟਰ ਨੇ ਸਭ ਕੁਝ ਦੱਸਤਾ ਸੀ। ਮੈਨੂੰ ਕੀ ਪਤਾ ਸੀ ਪੁੱਤ ਵੀ ਮੈਂ ਪੋਤੇ ਦੇ ਲਾਲਚ 'ਚ ਨੂੰਹ ਗਵਾ ਬੈਠੂੰਗੀ। ਕੀ ਕਰਾਉਣਾ ਸੀ ਇਸ ਪੱਥਰ ਤੋਂ, ਮੇਰੀ ਨੂੰਹ ਹੀ ਜਿਉਂਦੀ ਰਹਿੰਦੀ। ਕੋਈ ਨਹੀਂ ਬੇਬੇ, ਰੱਬ ਨੇ ਮੇਰੀ ਧੀਓ ਮੈਨੂੰ ਹਰਪ੍ਰੀਤ ਦੇ ਰੂਪ ਵਿੱਚ ਵਾਪਸ ਕੀਤੀ ਆ। ਇਹ ਮੇਰੀ ਹਰਪ੍ਰੀਤ ਆ ਜੋ ਉਹਦੇ ਰੂਪ 'ਚ ਮੇਰੇ ਕੋਲ ਵਾਪਸ ਆਈ ਆ। ਚੰਗਾ ਪੁੱਤ। ਖਾਲੀ ਖਾਲੀ ਬੰਨਿਆ ਵਰਗੀ ਜ਼ਿੰਦਗੀ, ਅੱਖਾਂ ਸਾਡੇ ਕੋਲ ਨੇ ਪਰ ਅੰਨਿਆਂ ਵਰਗੀ ਜ਼ਿੰਦਗੀ। ਯਾਰ ਦੇ ਪੈਰਾਂ ਦਾ ਬਣ ਕੇ ਚੰਨ ਜੁੱਤਾ ਹੀ ਰਹਿ ਗਿਆ। ਉਹ ਮੇਰੀ ਵਾਰੀ ਤੇ ਲੱਗਦਾ ਤੂੰ ਰੱਬਾ ਸੁੱਤਾ ਹੀ ਰਹਿ ਗਿਆ। ਮੇਰੇ ਹੀ ਆਪਣਿਆਂ ਨੂੰ ਮੇਰੀ ਹੀ ਨਹੀਂ ਜ਼ਰੂਰਤ, ਮੈਨੂੰ ਅੱਜ ਤੱਕ ਕਦੇ ਨਹੀਂ ਆਏ ਸੁਪਨੇ ਖੂਬਸੂਰਤ, ਸੁਪਨੇ ਖੂਬਸੂਰਤ। ਜਿਹਨੂੰ ਮੈਂ ਚਾਹਿਆ ਮੈਂ ਉਹੀ ਗਵਾਇਆ, ਮੈਨੂੰ ਇੱਥੇ ਕੋਈ ਸਮਝ ਨਹੀਂ ਪਾਇਆ। ਉਹ ਕੱਲ ਸਾਡਾ ਕੁੱਟਿਆ 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 ਕੁੱਟਾ ਹੀ ਰਹਿ ਗਿਆ। ਮੇਰੀ